ਸਾਨੂੰ ਤੋਹਫੇ ਦੇ ਰੂਪ ਦੇ ਵਿੱਚ ਦਿੱਤਾ ਜਾ ਰਿਹਾ ਕਿ ਇਸ ਗੁਰੂ ਸਥਾਨ ਦੇ ਉੱਤੇ ਆਉਣ ਵਾਲੀ ਸੰਗਤ ਉਹਦੇ ਰਾਹ ਬੰਦ ਕਰ ਦਿੱਤੇ ਗਏ ਹੈ। ਦੋਸਤੋ ਦਿੱਲੀ ਪੁਲਿਸ ਦਾ ਜਿਹੜਾ ਇਹ ਪੱਟਿਆ ਨਹੀਂ ਗਿਆ, ਇਹ ਇੱਥੋਂ ਅਸੀਂ ਪੱਟ ਦਾਂਗੇ। ਔਰ ਸਰਕਾਰ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ, ਦਿੱਲੀ ਪੁਲਿਸ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਇਸ ਗੁਰੂ ਸਥਾਨ ਦੇ ਲਾਗੇ ਪਾਸੇ ਕਿਸੇ ਤਰੀਕੇ ਦਾ ਵੀ ਸ਼ਰਧਾਲੂ ਦੇ ਰੂਪ ਦੇ ਵਿੱਚ ਆਉਣ ਵਾਲੀ ਸੰਗਤ ਦਾ ਅਗਰ ਤੁਸੀਂ ਕੋਈ ਚਲਾਨ ਕੀਤਾ ਤੇ ਸਰਕਾਰ ਨੂੰ ਇਹ ਗੱਲ ਸੰਭਾਲਣੀ ਔਖੀ ਹੋ ਜਾਏਗੀ। ਦਿੱਲੀ ਪੁਲਿਸ ਤੋਂ ਮੈਂ ਪੁੱਛਣਾ ਚਾਹੁੰਦਾ ਵੀ ਮੋਟਰ ਵਹੀਕਲ ਐਕਟ ਦੇ ਮੁਤਾਬਕ ਮੇਰਾ ਖਿਆਲ ਹੈ ਐਡਾ ਵੱਡਾ ਜੁਰਮਾਨਾ ਹੋਰ ਕਿਸੇ ਜੁਰਮ ਦੇ ਵਿੱਚ ਨਹੀਂ ਹੈ ਜਿਹੜਾ ਇੱਥੇ ਗੱਡੀ ਦੀ ਐਂਟਰੀ ਦੇ ਉੱਤੇ 20,000 ਰੁਪਏ ਜੁਰਮਾਨਾ ਦੱਸਿਆ ਜਾ ਰਿਹਾ। ਭੱਟ ਸਾਹਿਬ ਹੁਣੇ ਮੈਨੂੰ ਜਾਣਕਾਰੀ ਮਿਲੀ ਹੈ ਕਿ ਜਿਹੜਾ ਨੋ ਪਾਰਕਿੰਗ ਦਾ ਚਲਾਨ ਜਿਹੜਾ ਹੁੰਦਾ ਨਾ ਉਹ ਵੀ 700 ਜਾਂ 1000 ਰੁਪਏ ਤਾਂ ਇਸ ਤੋਂ ਉੱਪਰ ਨਹੀਂ ਹੁੰਦਾ ਹੈਗਾ, ਪਰ ਇੱਥੇ ਜੇ ਪਾਰਕਿੰਗ ਜੇ ਤੁਸੀਂ ਵਹੀਕਲ ਲੈ ਕੇ ਆਉਂਦੇ ਤੇ 20,000 ਰੁਪਏ ਦਾ ਯਾਨੀ ਕਿ 20 ਗੁਣਾ ਤਕਰੀਬਨ 20-25 ਗੁਣਾ ਜ਼ਿਆਦਾ ਚਲਾਨ ਹੈ। ਮਤਲਬ ਕਿ ਆਮ ਬੰਦਾ ਜਿਹੜਾ ਹੈਗਾ ਉਹ ਤਾਂ ਅਫੋਰਡ ਹੀ ਨਹੀਂ ਕਰ ਸਕਦਾ ਹੈਗਾ। ਇਹ ਕਿਸ ਤਰੀਕੇ ਦੀ ਜ਼ਿਆਦਤੀ ਹੈ? ਮੈਂ ਕਹਿੰਦਾ ਮੈਂ ਆਪਣੀ ਬਾਈਟ 'ਚ ਤੁਹਾਨੂੰ ਇਹੀ ਗੱਲ ਪਹਿਲੇ ਕਹੀ ਹੈ ਕਿ ਸਰਕਾਰ ਇੱਕ ਦਹਿਸ਼ਤ ਦਾ ਮਾਹੌਲ ਬਣਾਉਣਾ ਚਾਹ ਰਹੀ ਹੈ। 20,000 ਰੁਪਏ ਜੁਰਮਾਨਾ ਮੋਟਰ ਵਹੀਕਲ ਐਕਟ ਦੇ ਅੰਦਰ ਵੱਡੇ ਤੋਂ ਵੱਡੇ ਜੁਰਮ ਦਾ ਵੀ ਜਿਹੜਾ ਜੁਰਮਾਨਾ ਹੈ ਉਹ 20,000 ਰੁਪਇਆ ਨਹੀਂ ਹੈ। ਸਰਕਾਰ ਦੇ ਨਾਲ ਸਿੱਖਾਂ ਦੀ ਸਿੱਧੀ ਫਾਈਟ ਹੁੰਦੀ ਹੈ ਤੇ ਆਪਾਂ ਕਿਉਂ ਨਹੀਂ ਜਿਹੜਾ ਹੈਗਾ ਇਸ ਮੁੱਦੇ ਨੂੰ ਜਿਹੜਾ ਹੈਗਾ ਇਹਦੇ ਵਿੱਚ ਰਾਜਨੀਤੀ ਛੱਡ ਕੇ ਇਕੱਠੇ ਹੋ ਕੇ ਸਾਂਝੇ ਤੌਰ ਤੇ ਕੰਮ ਕਰੀਏ? ਕਿਉਂ ਇਹਦੇ ਉੱਪਰ ਵੀ ਰਾਜਨੀਤੀ? ਬਿਲਕੁਲ, ਮੈਂ ਗੁਰਪ੍ਰੀਤ ਜੀ ਤੁਹਾਨੂੰ ਕਿਹਾ ਕਿ ਸਾਡੇ ਸਮੁੱਚੇ ਜਿਹੜੇ ਜਿਨ੍ਹਾਂ ਨੂੰ ਤੁਸੀਂ ਵਿਪਕਸ਼ ਕਹਿ ਰਹੇ ਹੋ, ਬਲਕਿ ਗੁਰੂ ਘਰ ਦੇ ਵਿੱਚ ਕੋਈ ਵਿਪਕਸ਼ ਨਹੀਂ ਹੁੰਦਾ, ਲੇਕਿਨ ਸਾਡੇ ਸਾਰੇ ਮੈਂਬਰ ਸਾਹਿਬਾਨ ਇਸ ਮੁੱਦੇ ਦੇ ਉੱਤੇ ਦਿੱਲੀ ਦੀ ਸੰਗਤ ਦੇ ਨਾਲ ਖੜੇ ਹੈ। ਅਸੀਂ ਬਿਲਕੁਲ ਇਹ ਜਿਹੜਾ ਸਰਕਾਰ ਵੱਲੋਂ ਕਦਮ ਚੁੱਕਿਆ ਜਾ ਰਿਹਾ ਸਰਕਾਰ ਦੀ ਕੋਸ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਸ ਸ਼ਹੀਦੀ ਸਥਾਨ ਦੇ ਉੱਤੇ ਜਿੱਥੇ ਉਹਨਾਂ ਨੇ ਹਿੰਦੂ ਧਰਮ ਦੀ ਰੱਖਿਆ ਵਾਸਤੇ, ਇਸ ਦੇਸ਼ ਦੀ ਰੱਖਿਆ ਵਾਸਤੇ ਸ਼ਹਾਦਤ ਦਿੱਤੀ, ਗੁਰਦੁਆਰਾ ਸੀਸਗੰਜ ਸਾਹਿਬ। ਔਰ ਜੇ ਮੈਂ ਕਹਾਂ ਗੁਰੂ ਸਾਹਿਬ ਦੀ 400 ਸਾਲਾ ਪ੍ਰਕਾਸ਼ ਸ਼ਤਾਬਦੀ ਜਿਹੜੀ ਹੈ ਇਸ ਸਾਲ ਚੱਲ ਰਹੀ ਹੈ, ਔਰ ਉਸ 400 ਸਾਲਾ ਸ਼ਤਾਬਦੀ ਮੈਂ ਕਹਿਣਾ ਚਾਹਾਂਗਾ ਕਿ ਕੇਂਦਰ ਦੀ ਸਰਕਾਰ ਹੋਵੇ ਚਾਹੇ ਦਿੱਲੀ ਦੀ ਸਰਕਾਰ ਹੋਵੇ, ਸਾਨੂੰ ਤੋਹਫੇ ਦੇ ਰੂਪ ਦੇ ਵਿੱਚ ਦਿੱਤਾ ਜਾ ਰਿਹਾ ਕਿ ਇਸ ਗੁਰੂ ਸਥਾਨ ਦੇ ਉੱਤੇ ਆਉਣ ਵਾਲੀ ਸੰਗਤ ਉਹਦੇ ਰਾਹ ਬੰਦ ਕਰ ਦਿੱਤੇ ਗਏ ਹੈ। ਉਹ ਰਾਹ ਬੰਦ ਕਰ ਦਿੱਤੇ ਗਏ ਹੈ। ਔਰ ਮੈਂ ਸਵਾਲ ਕਈ ਤਰ੍ਹਾਂ ਦੇ ਕਰਨਾ ਚਾਹਾਂਗਾ। ਚਾਹੀਦਾ ਇਹ ਸੀਗਾ ਸਰਕਾਰਾਂ ਨੂੰ ਕਿ ਇਹ 400 ਸਾਲਾ ਸ਼ਤਾਬਦੀ ਦੇ ਉੱਤੇ ਕੋਈ ਯੂਨੀਵਰਸਿਟੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ ਦੇ ਉੱਤੇ ਬਣਾਈ ਜਾਂਦੀ, ਕੋਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ ਤੇ ਹੋਰ ਐਸਾ ਕਾਰਜ ਕੀਤਾ ਜਾਂਦਾ ਜਿਹਨੂੰ ਹਿੰਦੁਸਤਾਨ ਦੇ ਲੋਕ ਇਸ ਕਰਕੇ ਯਾਦ ਕਰਦੇ ਕਿ ਜੋ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਸੀ, ਸਰਕਾਰਾਂ ਨੇ 400 ਸਾਲਾ ਸ਼ਤਾਬਦੀ ਦੇ ਉੱਤੇ ਉਸ ਸ਼ਹਾਦਤ ਦਾ ਮੁੱਲ ਪਾ ਕੇ ਸਿੱਖ ਕੌਮ ਨੂੰ ਇਨਾਮ ਵਜੋਂ, ਸਿੱਖ ਕੌਮ ਨੂੰ ਉਸ ਸ਼ਹਾਦਤਾਂ ਦੇ ਬਦਲੇ ਕੋਈ ਵਿਦਿਅਕ ਅਦਾਰਾ ਜਿਹੜਾ ਕੋਈ ਯੂਨੀਵਰਸਿਟੀ ਜਿਹੜੀ ਹੈ ਸਰਕਾਰ ਨੇ ਦਿੱਤੀ ਹੈ। ਲੇਕਿਨ ਹੋਇਆ ਉਲਟ ਕਿ ਸਰਕਾਰ ਨੇ 400 ਸਾਲਾ ਸ਼ਤਾਬਦੀ ਜਦੋਂ ਆਪਾਂ ਮਨਾ ਰਹੇ ਹਾਂ ਗੁਰੂ ਸਾਹਿਬ ਦੀ, ਤੇ ਇਸ ਗੁਰੂ ਸਥਾਨ ਤੇ ਆਉਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹੈ। ਹੁਣ ਮੇਰਾ ਸਵਾਲ ਖੜਾ ਹੁੰਦਾ ਹੈ, ਮੈਂ ਮਨਜਿੰਦਰ ਸਿੰਘ ਸਿਰਸਾ ਦੀ ਕੱਲ ਇੱਕ ਵੀਡੀਓ ਦੇਖੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਗੇਟ ਪੁੱਟ ਕੇ ਲਿਆ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਸੁੱਟ ਦੇਵਾਂਗੇ। ਮੈਂ ਇਹ ਗੱਲ ਕਹਿਣੀ ਚਾਹੁੰਦਾ ਸਿਰਸਾ ਸਾਹਿਬ, ਇਹ ਤਾਕਤ ਨਾ ਮੇਰੇ 'ਚ ਹੈ ਗੇਟ ਪੁੱਟਣ ਦੀ, ਨਾ ਤੁਹਾਡੇ 'ਚ ਹੈ। ਇਹ ਤਾਕਤ ਹੈਗੀ ਹੈ ਗੁਰੂ ਦੀ ਸੰਗਤ ਦੇ ਵਿੱਚ। ਔਰ ਮੈਂ ਦੱਸਣਾ ਚਾਹਾਂਗਾ ਕਿ ਸਰਕਾਰ ਨੇ ਜਦੋਂ ਆ ਸਾਹਮਣੇ ਪਿਆਊ ਜਿਹੜਾ ਹੈਗਾ ਹੈ, ਜਦੋਂ ਇਸ ਪਿਆਊ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ ਤੇ ਤੁਸੀਂ ਮੇਰੇ ਤੋਂ 5 ਮਿੰਟ ਬਾਅਦ 'ਚ ਪਹੁੰਚੇ ਸੀਗੇ। ਅਸੀਂ ਇੱਥੇ ਆ ਕੇ ਪਹਿਲੀ ਲਾਠੀ ਆਪਣੀ ਗਰਦਨ ਦੇ ਉੱਤੇ ਸੋਸ਼ਲ ਮੀਡੀਆ ਤੇ ਤੁਸੀਂ ਦੇਖ ਸਕਦੇ ਆ, ਇਸ ਪਿਆਊ ਦੀ ਰੱਖਿਆ ਵਾਸਤੇ ਸੰਗਤ ਨੇ ਨਾਲ ਹੋ ਕੇ ਆਪਣਾ ਯੋਗਦਾਨ ਪਾਇਆ ਸੀ। ਸੋ ਮੈਂ ਅੱਜ ਕਹਿਣਾ ਚਾਹਾਂਗਾ ਕਿ ਇਸ ਸਥਾਨ ਵਾਸਤੇ ਜਿਹੜੇ ਰਸਤੇ ਬੰਦ ਕੀਤੇ ਜਾ ਰਹੇ ਆ, ਇਹਦੇ ਵਾਸਤੇ ਵੀ ਗੁਰੂ ਦੀ ਸੰਗਤ ਵਹੀਰਾਂ ਘੱਤ ਕੇ ਆਊਗੀ। ਔਰ ਸਰਕਾਰ ਦੇ ਇਹਨਾਂ ਫੈਸਲਿਆਂ ਤੋਂ ਉਲਟ ਅਗਰ ਸਰਕਾਰ ਨੂੰ ਅੱਜ ਅਸੀਂ ਚੇਤਾਉਣਾ ਚਾਹੁੰਦੇ ਹਾਂ, ਅਗਰ ਸਰਕਾਰ ਨੇ ਕੋਈ ਫੈਸਲਾ ਇਸ ਤਰੀਕੇ ਦਾ ਨਹੀਂ ਕੀਤਾ ਕਿ ਸਾਡੇ ਰਾਗੀ ਸਿੰਘ, ਸਾਡੇ ਜਿਹੜੇ ਸ਼ਰਧਾਲੂ ਗੁਰਦੁਆਰਾ ਸਾਹਿਬ ਵਿਖੇ ਆਉਂਦੇ ਆ, ਅਗਰ ਉਹਨਾਂ ਨੂੰ ਆਉਣ ਵਾਸਤੇ ਸਰਕਾਰ ਨੇ ਕੋਈ ਅਲਟਰਨੇਟਿਵ ਰਸਤਾ ਨਹੀਂ ਦਿੱਤਾ, ਕਿਉਂਕਿ ਸਾਡੇ ਕੋਲ
ਲੱਖਾਂ ਕਰੋੜਾਂ ਰੁਪਈਆਂ ਦੀ ਲਾਗਤ ਦੇ ਨਾਲ ਗੁਰੂ ਸਾਹਿਬ ਦੇ ਇਸ ਸਥਾਨ ਦੇ ਨਾਲ ਪਾਰਕਿੰਗ ਜਿਹਦੇ ਵਿੱਚ ਬਹੁਤ ਵੱਡੀ ਵਿਕਲਪਿਕ ਵਿਵਸਥਾ ਹੈਗੀ ਹੈ ਗੱਡੀਆਂ ਨੂੰ ਖੜੀ ਕਰਨ ਦੀ, ਸਾਡੇ ਕੋਲ ਅਲਟਰਨੇਟਿਵ ਜਗ੍ਹਾ ਹੈਗੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਸ਼ਾਹ ਜਹਾਨਾਬਾਦ ਪ੍ਰੋਜੈਕਟ ਦੇ ਨਾਂ ਦੇ ਉੱਤੇ, ਖੂਬਸੂਰਤੀ ਦੇ ਨਾਂ ਦੇ ਉੱਤੇ ਜਿਸ ਤਰੀਕੇ ਦਾ ਸਰਕਾਰ ਨੇ ਇਹ ਜਿਹੜੀ ਵਿਉਂਤਬੰਦੀ ਰਚੀ ਹੈ ਕਿ ਆਪਾਂ ਸੰਗਤਾਂ ਨੂੰ ਇੱਥੇ ਆਉਣ ਤੋਂ ਰੋਕ ਲਵਾਂਗੇ, ਇਹ ਸਰਕਾਰਾਂ ਦੀ ਭੁੱਲ ਹੋਏਗੀ। ਮੈਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਹਿਣਾ ਚਾਹੂੰਗਾ ਤੁਰੰਤ ਇੰਟਰਵੀਨ ਕਰਨ ਇਸ ਮਾਮਲੇ ਦੇ ਵਿੱਚ, ਕਿਉਂਕਿ ਗੁਰੂ ਦੀਆਂ ਸੰਗਤਾਂ ਨੂੰ ਜੋ ਪਿਛਲੇ 3 ਦਿਨ ਤੋਂ ਮੁਸ਼ਕਲਾਤ ਆ ਰਹੀ ਹੈ, ਚਲਾਨ ਲਗਾਉਣ ਦੇ ਬੋਰਡ ਲਗਾਏ ਜਾ ਰਹੇ ਹੈ। ਮੈਂ ਕਹਿਣਾ ਚਾਹਾਂਗਾ ਕੈਮਰਾਮੈਨ ਨੂੰ, ਸਿਰਸਾ ਸਾਹਿਬ ਤੁਸੀਂ ਤਾਂ ਕੱਲ ਕਹਿ ਕੇ ਗਏ ਸੀਗੇ ਇਸੇ ਬੋਰਡ ਦੇ ਥੱਲੇ ਖੜੇ ਹੋ ਕੇ ਕਿ ਅਸੀਂ ਇੱਥੋਂ ਦੇ ਜਿਹੜੇ ਗੇਟ ਪੱਟ ਦਾਂਗੇ, ਤੋਂ ਆ ਦਿੱਲੀ ਪੁਲਿਸ ਦਾ ਜਿਹੜਾ ਇਹ ਪੱਟਿਆ ਨਹੀਂ ਗਿਆ, ਇਹ ਇੱਥੋਂ ਅਸੀਂ ਪੱਟ ਦਾਂਗੇ। ਔਰ ਸਰਕਾਰ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ, ਦਿੱਲੀ ਪੁਲਿਸ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਇਸ ਗੁਰੂ ਸਥਾਨ ਦੇ ਲਾਗੇ ਪਾਸੇ ਕਿਸੇ ਤਰੀਕੇ ਦਾ ਵੀ ਸ਼ਰਧਾਲੂ ਦੇ ਰੂਪ ਦੇ ਵਿੱਚ ਆਉਣ ਵਾਲੀ ਸੰਗਤ ਦਾ ਅਗਰ ਤੁਸੀਂ ਕੋਈ ਚਲਾਨ ਕੀਤਾ ਤੇ ਸਰਕਾਰ ਨੂੰ ਇਹ ਗੱਲ ਸੰਭਾਲਣੀ ਔਖੀ ਹੋ ਜਾਏਗੀ। ਗੁਰੂ ਦੇ ਦਰ ਦੇ ਉੱਤੇ ਸੰਗਤਾਂ ਜਿਹੜੀਆਂ ਉਹ ਆ ਕੇ ਸਰਕਾਰ ਦੇ ਨਾਲ ਸਮੇਂ-ਸਮੇਂ ਤੇ ਜਦੋਂ ਜ਼ੁਲਮ ਹੁੰਦਾ ਟਾਕਰਾਂ ਲੈਂਦੀਆਂ ਰਹੀਆਂ, ਔਰ ਅਸੀਂ ਇਸ ਫੈਸਲੇ ਦੇ ਉੱਤੇ ਸਮੁੱਚੀ ਸਿੱਖ ਸੰਗਤ ਨੂੰ ਅਪੀਲ ਕਰਾਂਗੇ ਕਿ ਸਮੁੱਚੀ ਸਿੱਖ ਸੰਗਤ ਇਸ ਗੱਲ ਵਾਸਤੇ ਤਿਆਰ ਰਹੇ। ਸਰਕਾਰ ਦੀ ਜੋ ਗੁੰਡਾਗਰਦੀ ਹੈ, ਸਰਕਾਰ ਦਾ ਜੋ ਜ਼ੁਲਮ ਹੈ, ਇਸ ਮਹਾਨ ਇਤਿਹਾਸਕ ਸਥਾਨ ਦੇ ਉੱਤੇ ਅਗਰ ਗੱਡੀਆਂ ਨੂੰ ਆਉਣ ਤੇ ਰੋਕਿਆ ਜਾਏਗਾ, ਮੈਂ ਪੁੱਛਣਾ ਚਾਹੁੰਦਾ ਬਹੁਤ ਸਾਰੇ ਸਾਡੇ ਐਸੇ ਮਾਤਾ ਪਿਤਾ ਭੈਣਾਂ ਬਜ਼ੁਰਗ ਜਿਨ੍ਹਾਂ ਦੇ ਹੱਥ ਪੈਰ ਅਪਾਹਜ ਹੈਗੇ ਆ, ਉਹ ਕਿਸ ਤਰੀਕੇ ਇੱਥੇ ਪਹੁੰਚਣਗੇ? ਸਰਕਾਰ ਨੇ ਕੀ ਵਿਵਸਥਾ ਸਾਨੂੰ ਦਿੱਤੀ ਹੈ? ਇਸ ਗੁਰੂ ਸਥਾਨ ਤੋਂ ਮਹਾਨ ਸ਼ਹਾਦਤ ਦਾ ਜਿਹੜਾ ਪੈਗਾਮ ਹੈ ਉਹ ਜਿੱਥੇ ਸਮੁੱਚੇ ਸੰਸਾਰ ਦੇ ਵਿੱਚ ਹੈ, ਇੱਥੋਂ ਲੱਖਾਂ ਕਰੋੜਾਂ ਉਹਨਾਂ ਲੋਕਾਂ ਵਾਸਤੇ ਲੰਗਰ ਜਾਂਦਾ ਹੈ। ਕਿਵੇਂ ਉਹ ਲੰਗਰ ਜਾਏਗਾ ਇੱਥੋਂ? ਇੱਥੇ ਉਹ ਲੋਕ ਨਤਮਸਤਕ ਹੁਣ ਆਉਂਦੇ ਆ ਜਿਹੜੇ ਗੁਰੂ ਦੇ ਦਰ ਤੋਂ ਆ ਕੇ ਅਸੀਸਾਂ ਲੈ ਕੇ ਆਪਣੀ ਜ਼ਿੰਦਗੀ ਸਵਾਰਦੇ ਆ। ਸੋ ਮੈਂ ਇਹ ਗੱਲ ਅੱਜ ਮੀਡੀਆ ਦੇ ਰਾਹੀਂ ਕਹਿਣੀ ਚਾਹੁੰਦਾ ਕਿ ਗੁਰੂ ਦੀ ਸੰਗਤ ਜਦੋਂ ਤੱਕ ਸਰਕਾਰ ਇਹਦਾ ਜਵਾਬ ਨਾ ਦੇ ਦੇਵੇ ਉਦੋਂ ਤੱਕ ਇਸ ਸਥਾਨ ਦੇ ਉੱਤੇ ਮੇਰੇ ਨਾਲ ਸਾਡੇ ਮੈਂਬਰ ਸਾਹਿਬ ਸਰਦਾਰ ਕਰਤਾਰ ਸਿੰਘ ਚਾਵਲਾ, ਸੁਖਬੀਰ ਸਿੰਘ ਕਾਲੜਾ, ਹੋਰ ਜਮਨਾ ਪਾਰ ਦੀ ਹੋਰ ਵੱਖ-ਵੱਖ ਇਲਾਕੇ ਦੀ ਸੰਗਤ ਆਈ ਹੈ, ਅਸੀਂ ਇੱਥੇ ਪਹਿਰਾ ਦੇਵਾਂਗੇ ਰੋਜ਼। ਔਰ ਜਿਸ ਵੀ ਸੰਗਤ ਦੇ ਰੂਪ ਚਾਹੇ ਕਿਸੇ ਵੀ ਸ਼ਰਧਾਲੂ ਦਾ ਅਗਰ ਸਰਕਾਰ ਚਲਾਨ ਕਰਦੀ ਹੈ, ਅਸੀਂ ਡਟ ਕੇ ਮੁਕਾਬਲਾ ਕਰਨਾ ਚਾਹਾਂਗੇ। ਮੈਂ ਸੰਗਤ ਨੂੰ ਚਾਹੁੰਦਾ ਕਿ ਇੱਕ ਜਕਾਰੇ ਦੇ ਨਾਲ ਸੰਗਤ ਤੱਕ ਆਪਣੀ ਗੂੰਜ ਪਹੁੰਚਾਈ ਜਾਵੇ ਕਿ ਇਹ ਧੱਕੇਸ਼ਾਹੀ ਸਰਕਾਰ ਦੀ ਬਿਲਕੁਲ ਨਹੀਂ ਚੱਲਣ ਦੇਵਾਂਗੇ। ਬੋਲੇ ਸੋ ਨਿਹਾਲ। ਮੈਂ ਸਵਾਲ ਬਹੁਤ ਸਾਰੇ ਹੈਗੇ ਆ। ਇਸ ਇਲਾਕੇ ਦੇ ਐਮਐਲਏ ਪ੍ਰਲਾਦ ਸਿੰਘ ਸਾਨੀ ਜਿਹੜੇ ਖੁਦ ਇੱਕ ਸਿੱਖ ਪਰਿਵਾਰ ਦੇ ਨਾਲ ਤਾਲੁਕ ਰੱਖਦੇ ਆ, ਉਹਨਾਂ ਤੋਂ ਸਵਾਲ ਕਰਦਾ ਕਿ ਤੁਸੀਂ ਸੁੱਤੇ ਹੋਏ ਹੋ, ਤੁਸੀਂ ਸਰਕਾਰ ਦੇ ਵਿੱਚ ਕਿਉਂ ਨਹੀਂ ਬੋਲਦੇ? ਦੂਜਾ ਮਨਜਿੰਦਰ ਸਿੰਘ ਸਿਰਸਾ ਜਿਹੜੇ ਕਿ ਕੱਲ ਬੋਲ ਕੇ ਗਏ ਆ, ਦਿੱਲੀ ਕਮੇਟੀ ਦੇ ਪ੍ਰਧਾਨ, ਉਹ ਆਪ 2 ਵਾਰ ਐਮਐਲਏ ਰਹੇ ਆ ਔਰ 2017 ਤੋਂ ਲੈ ਕੇ 19 ਤੱਕ ਜਦੋਂ ਇਹ ਪ੍ਰੋਜੈਕਟ ਸਰਕਾਰ ਦੇ ਉਹਨਾਂ ਕਾਗਜ਼ਾਂ ਦੇ ਵਿੱਚ ਪਾਸ ਹੋ ਰਿਹਾ ਸੀ, ਮੈਂ ਪੁੱਛਣਾ ਚਾਹੁੰਦਾ ਤੁਸੀਂ ਕਦੇ ਅਸੈਂਬਲੀ ਦੇ ਵਿੱਚ ਬੋਲੇ ਹੋ ਸ਼ਾਹ ਜਹਾਨਾਬਾਦ ਪ੍ਰੋਜੈਕਟ ਦੇ ਬਾਰੇ ਕਿ ਸਰਕਾਰ ਇੱਥੇ ਕੀ ਕਰਨ ਜਾ ਰਹੀ ਹੈ? ਸਰਕਾਰ ਗੁਰੂ ਘਰ ਨੂੰ ਕੋਈ ਰਸਤਾ ਦੇਗੀ ਜਾਂ ਨਹੀਂ ਦੇਗੀ? ਜਾਂ ਤੁਸੀਂ ਅੱਜ ਤੱਕ ਕੋਈ ਚਿੱਠੀ ਪੱਤਰ ਤੁਸੀਂ ਸਰਕਾਰ ਨੂੰ ਲਿਖਿਆ ਕਿ ਸਰਕਾਰ ਇਹਨੂੰ ਰਸਤਿਆਂ ਨੂੰ ਬੰਦ ਕਰਨ ਜਾ ਰਹੀ ਹੈ? ਸਰਕਾਰ ਕੀ ਇਹਦੇ ਵਾਸਤੇ ਸਾਨੂੰ ਵਿਕਲਪ ਦੇਗੀ? ਮੈਂ ਦੱਸਣਾ ਚਾਹੁੰਦਾ ਗੁਰਪ੍ਰੀਤ ਜੀ, ਅੱਜ ਤੋਂ ਲਗਭਗ 1 ਸਾਲ ਪਹਿਲੇ ਗੁਰਦੁਆਰਾ ਮੈਨੂੰ ਟਿੱਲਾ ਸਾਹਿਬ ਦਾ ਰਸਤਾ ਵੀ ਬੰਦ ਕੀਤਾ ਸੀ। ਤੁਹਾਡੇ ਸੇਵਾਦਾਰ ਨੇ, ਤੁਸੀਂ ਆ ਕੇ ਕਵਰ ਕੀਤਾ ਸੀ। ਮੈਂ ਉੱਥੇ ਵੀ ਬੋਲਿਆ ਸੀਗਾ ਕਿ ਸਰਕਾਰ ਨੂੰ ਅਗਰ ਟ੍ਰੈਫਿਕ ਦੀ ਕੋਈ ਪ੍ਰੋਬਲਮ ਹੈ, ਸਰਕਾਰ ਉੱਥੇ ਫਲਾਈਓਵਰ ਬਣਾਵੇ, ਸਰਕਾਰ ਉੱਥੇ ਪਹਿਲੇ ਵਿਕਲਪਕ ਵਿਵਸਥਾ ਦੇਵੇ, ਉਸ ਤੋਂ ਬਾਅਦ ਉਹ ਰਸਤਾ ਬੰਦ ਹੋਣਾ ਚਾਹੀਦਾ। ਮੈਂ ਸਤਿੰਦਰ ਜੈਨ ਨੂੰ ਚਿੱਠੀ ਵੀ ਲਿਖੀ ਸੀ, ਲੇਕਿਨ ਸਰਦਾਰ ਸਿਰਸਾ ਸਾਹਿਬ ਤੁਸੀਂ ਉਹ ਚਿੱਠੀ ਨੂੰ ਨਾ ਫਾਲੋ ਕੀਤਾ, ਨਾ ਸਰਕਾਰ ਨੇ ਕੋਈ ਜਵਾਬ ਦਿੱਤਾ। ਲੇਕਿਨ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਪੂਰੀ ਸਿੱਖ ਕੌਮ ਆਪਣੇ ਇਹਨਾਂ ਗੁਰੂ ਸਾਹਿਬਾਨ ਵਾਸਤੇ ਸੜਕਾਂ ਤੇ ਆ ਜਾਏਗੀ। ਕਿਸੇ ਇਕੱਲੇ ਬੰਦੇ 'ਚ ਕੋਈ ਤਾਕਤ ਨਹੀਂ ਹੈ। ਅੱਜ ਅਸੀਂ ਇੱਥੇ ਆ ਕੇ ਸਰਕਾਰ ਨੂੰ ਇਹ ਸੰਦੇਸ਼ ਦੇ ਰਹੇ ਹਾਂ ਕਿ ਸਰਕਾਰ ਅਗਰ ਤੁਸੀਂ ਸਮੇਂ ਸਿਰ ਨਾ ਚੇਤੇ, ਚਾਹੇ ਕੇਂਦਰ ਦੀ ਸਰਕਾਰ ਹੋਵੇ ਤੇ ਚਾਹੇ ਦਿੱਲੀ ਦੀ ਸਰਕਾਰ ਹੋਵੇ, ਇਸ ਗੁਰੂ ਘਰ ਦਾ ਰਸਤਾ ਕਿਸੇ ਕੀਮਤ ਤੇ ਵੀ ਅਸੀਂ ਬੰਦ ਨਹੀਂ ਹੋਣ ਦਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਕਾਰ ਨੂੰ ਸੰਗਤ ਦੀ ਸੁਣਾਈ ਕਰਨੀ ਪੈਗੀ। ਅਸੀਂ ਰਸਤੇ ਬੰਦ ਨਹੀਂ ਹੋਣ ਦੇਂਗੇ। ਸਾਨੂੰ ਕੁਰਬਾਨੀ ਦੇਣੀ ਪੈ, ਧਰਨੇ ਦੇਣੇ ਪੈਣ ਗੁਰੂ ਤੇਗ ਬਹਾਦਰ ਦੀ
ਜਗ੍ਹਾ ਤੇ ਸੰਗਤ ਦੇ ਬਜ਼ੁਰਗਾਂ ਦੇ ਰਸਤੇ ਨਹੀਂ ਰੋਕਣ ਦਾਂਗੇ। ਇਹਦੇ ਬਿਮਾਰ ਵੀ ਲੋਕ ਆਉਂਦੇ ਨੇ, ਬਜ਼ੁਰਗ ਵੀ ਆਉਂਦੇ ਨੇ, ਔਰ ਸਿੱਖ ਕੌਮ ਨਹੀਂ ਸਭ ਕੌਮ ਦੇ ਲੋਕ ਆਉਂਦੇ ਨੇ। ਇਹ ਜਗ੍ਹਾ ਸਾਡੀ ਸਭ ਕੌਮ ਦੀ ਸਾਂਝੀ ਹੈਗੀ ਹੈ, ਸਰਬ ਧਰਮ ਦੀ ਸਾਂਝੀ ਹੈਗੀ ਹੈ, ਕਿਉਂਕਿ ਇਹ ਹਿੰਦੀ ਚਾਦਰ ਹੈਗੀ ਹੈ। ਗੁਰੂ ਤੇਗ ਬਹਾਦਰ ਜੀ ਨੇ ਸਭ ਦੀ ਰਕਸ਼ਾ, ਪਬਲਿਕ ਦੀ ਰਕਸ਼ਾ ਵਾਸਤੇ, ਹਿੰਦੂ ਦੀ ਰਕਸ਼ਾ ਵਾਸਤੇ ਕੁਰਬਾਨੀਆਂ ਦਿੱਤੀਆਂ ਨੇ। ਅਸੀਂ ਉਸ ਰਸਤੇ ਨੂੰ ਰੋਕਣ ਵਾਸਤੇ ਜੋ ਵੀ ਹੋਏਗਾ ਅਸੀਂ ਕੋਈ ਕਿਸੇ ਨੂੰ ਰੋਕਣ ਨਹੀਂ ਦਾਂਗੇ। ਚਾਹੇ ਸਾਨੂੰ ਧਰਨੇ ਦੇਣੇ ਪੈਣ, ਸਾਨੂੰ ਚਾਹੇ ਜੇਲ੍ਹਾਂ 'ਚ ਜਾਣਾ ਪਏ, ਅਸੀਂ ਹਰ ਕੰਮ ਵਿੱਚ ਤਿਆਰ ਹੈਗੇ ਹਾਂ। ਅਸੀਂ ਰਸਤਾ ਨਹੀਂ ਰੋਕਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਮੇਰੇ ਵੱਡੇ ਵੀਰ ਬਾਟ ਸਾਹਿਬ ਔਰ ਕਾਲਰਾ ਸਾਹਿਬ ਨੇ ਦੱਸਿਆ, ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵਾਂ ਕਿ ਜਦ ਸਾਡੀ ਪਾਰਕਿੰਗ ਬਣੀ ਹੋਈ ਹੈ, ਜਦ ਮਨਜਿੰਦਰ ਸਿੰਘ ਸਿਰਸਾ ਐਮਐਲਏ ਸੀ, ਉਸ ਦਿੱਲੀ ਸਰਕਾਰ ਦਾ ਪ੍ਰੋਜੈਕਟ ਸੀ ਸ਼ਾਹਨਾਬਾਗ ਔਰ ਸੈਂਟਰਲ ਗਵਰਨਮੈਂਟ ਦਾ ਸੀ। ਉਸ ਵਕਤ ਕੁਐਸਚਨ ਚੁੱਕੇ ਜਾਂਦੇ ਨਾ, ਬੜਾ ਕੁਝ ਹੱਲ ਹੋ ਜਾਂਦਾ। ਇਹ ਬਾਅਦ ਵਿੱਚ ਸਾਰੇ ਕੰਮ ਕਰਦੇ ਨੇ, ਮਤਲਬ ਇਹਨੂੰ ਅਗਰ ਪੋਲੀਟਿਕਸ ਨਹੀਂ ਕਹਾਂਗੇ ਤਾਂ ਕੀ ਕਹਾਂਗੇ। ਜਦ ਤੁਹਾਨੂੰ ਪਤਾ ਸੀ ਕਿ ਇਹ ਕੰਮ ਹੋਣਾ ਹੈ, ਰਸਤੇ ਬੰਦ ਹੋ ਰਹੇ ਨੇ, ਉਸ ਵਕਤ ਇਹ ਕੁਐਸਚਨ ਚੁੱਕ ਲੈਂਦੇ ਤਾਂ ਅੱਜ ਇਹ ਮੁਸੀਬਤ ਨਾ ਖੜੀ ਹੁੰਦੀ। ਪਹਿਲੀ ਗੱਲ, ਗੇਟ ਅੱਜ ਤੇ ਲੱਗਿਆ ਨਹੀਂ, ਪਤਾ ਸੀ ਗੇਟ ਬੰਦ ਹੋ ਜਾਣਾ ਹੈ। ਤੀਜੀ ਗੱਲ ਕਿ ਜਦ ਇਹ ਸਿਆਸਤ ਹੀ ਕਿਉਂ ਕਰਦੇ ਨੇ, ਪਹਿਲੇ ਹੀ ਗੱਲ ਚੱਲਦੇ। ਮੈਨੂੰ ਯਾਦ ਹੈ ਅੱਛੀ ਤਰ੍ਹਾਂ ਨਾਲ, ਅੱਜ ਤੋਂ 3 ਸਾਲ ਪਹਿਲੇ ਇੱਕ ਹਾਊਸ ਹੋਇਆ ਸੀ, ਉਹਦੇ 'ਚ ਮੈਂ ਕੁਐਸਚਨ ਰੱਖਿਆ ਜਿਸ ਇਹਨਾਂ ਨੇ ਮੈਨੂੰ ਕਿਹਾ ਸੀ ਮੇਰੀ ਗੱਲ ਚੱਲ ਰਹੀ ਹੈ, ਚਿੰਤਾ ਨਾ ਕਰੋ, ਹੋ ਜਾਏਗੀ, ਕੋਈ ਦਿੱਕਤ ਨਹੀਂ ਹੈ। ਮੈਂ ਉਸ ਵਕਤ ਇਹ ਕੁਐਸਚਨ ਚੁੱਕਿਆ ਸੀ ਕਿ ਮੈਂ ਉੱਥੇ ਦੇਖਦਾ ਸੀ ਜਦ ਅੰਮ੍ਰਿਤਸਰ ਦਰਬਾਰ ਸਾਹਿਬ ਬਾਦਲਾਂ ਨੇ ਉੱਥੇ ਜਿਹੜਾ ਪ੍ਰੋਜੈਕਟ ਬਣਿਆ ਸੀ ਦਰਬਾਰ ਸਾਹਿਬ ਦਾ ਗਲਿਆਰਿਆਂ ਦਾ, ਉਹਦੇ ਵਿੱਚ ਬਣਿਆ ਸੀ, ਤਾਂ ਉਹਦੇ ਵਿੱਚ ਵੀ ਇਹ ਦਿੱਕਤ ਸੀ। ਤਾਂ ਉਸ ਵਕਤ ਵੀ ਅੱਜ ਵੀ ਉੱਥੇ ਦਿੱਕਤ ਖੜੀ ਹੈ। ਅੱਜ ਵੀ ਲੋਕ ਪੈਦਲ ਹੀ ਆਉਂਦੇ ਨੇ ਉੱਥੇ ਚੱਲ ਕੇ, ਦੂਰੋਂ ਦੂਰੋਂ ਪੈਦਲ ਹੀ ਆਉਂਦੇ ਨੇ। ਉੱਥੇ ਰਿਕਸ਼ਾ ਅਲਾਉਡ ਨੇ, ਇੱਥੇ ਰਿਕਸ਼ਾ ਅਲਾਉਡ ਨੇ, ਪਰ ਇੱਥੇ ਬੜੀ ਵੱਡੀ ਸਮੱਸਿਆ ਹੈ, ਇੱਥੇ ਪਾਰਕਿੰਗ ਨਹੀਂ ਹੈ। ਉੱਥੇ ਪਾਰਕਿੰਗ ਨਾਲ ਜੀ ਬੰਦਾ ਗੱਡੀ ਪਾਰਕਿੰਗ ਹੀ ਲਗਾ ਕੇ ਆ ਜਾਂਦਾ, ਇੱਥੇ ਪਾਰਕਿੰਗ ਵੀ ਨਹੀਂ ਹੈ ਸਾਡੇ ਕੋਲ ਨਾ। ਸਾਡੀ ਪਾਰਕਿੰਗ ਅੰਦਰ ਹੈ। ਮੈਂ ਸਰਕਾਰ ਨੂੰ ਬੇਨਤੀ ਕਰਾਂਗਾ, ਦਿੱਲੀ ਸਰਕਾਰ ਔਰ ਸੈਂਟਰਲ ਗਵਰਨਮੈਂਟ ਦੋਨੋਂ ਨੂੰ, ਕੁਝ ਐਸਾ ਰਸਤਾ ਨਿਕਾਲਿਆ ਜਾਏ ਜਿਵੇਂ ਇਹ ਰਸਤਾ ਹੈਗਾ, ਇਹ 100 ਫੁੱਟ ਦੀ ਰੋਡ ਹੈਗੀ ਹੈ ਵਿੱਚ, 100 ਫੁੱਟ ਦੇ ਅੰਦਰ ਸਾਡੀ ਗੱਡੀ ਅੰਦਰ ਚਲੀ ਜਾਏਗੀ, ਤੁਹਾਡਾ ਵੀ ਕੰਮ ਖਰਾਬ ਨਹੀਂ ਹੋਏਗਾ। ਤੁਸੀਂ ਇਹ ਕਰ ਦਿਓ, ਪਾਰਕਿੰਗ ਅੰਦਰ ਅਲਾਓ ਕਰ ਦਿਓ ਸਿੱਖਾਂ ਵਾਸਤੇ, ਡਿਵੋਟੀਜ਼ ਵਾਸਤੇ, ਔਰ ਜਿਹੜੇ ਬਜ਼ੁਰਗ ਆ ਸਕਦੇ ਨੇ। ਅਗਰ ਤੁਹਾਡੀ ਪਾਰਕਿੰਗ ਹੋਏਗੀ, ਆਪਣੀ ਗੱਡੀ ਅੰਦਰ ਚਲੀ ਜਾਏਗੀ, ਬਾਹਰ ਰੋਡ ਤੇ ਲੱਗਣੀ ਨਹੀਂ, ਤੁਹਾਡਾ ਵੀ ਕੰਮ ਚੱਲ ਗਿਆ, ਇਹਨਾਂ ਦਾ ਵੀ ਕੰਮ ਚੱਲ ਗਿਆ, ਔਰ ਸੰਗਤ ਵੀ ਖੁਸ਼। ਜਿਨ੍ਹਾਂ ਨੇ ਆਣਾ ਵੇ ਅੰਦਰ ਮੱਥਾ ਟੇਕਣ ਆਣਾ, ਉਹਨਾਂ ਨੂੰ ਅਲਾਓ ਕੀਤਾ ਜਾਏ। ਹੁਣ ਰਾਗੀ ਅਗਰ ਜੱਥਾ ਆਇਆ, ਉਹਨੇ 12 ਤੱਕ ਡਿਊਟੀ ਕਰਨੀ ਹੈ, ਉਹ ਪਿੱਛੋਂ ਕੀਰਤਨ ਕਰਕੇ ਆ ਰਿਹਾ, ਉਹ ਕਿੱਥੇ ਗੱਡੀ ਲਗਾਏਗਾ, ਕਿੱਥੇ ਟ੍ਰੈਫਿਕ ਵਿੱਚ ਫਸੇਗਾ, ਕਿੱਥੇ ਉਹ ਕੰਮ ਕਰੇਗਾ। ਨਹੀਂ, ਵੱਡੀ ਗੱਲ ਗੁਰਪ੍ਰੀਤ ਜੀ ਇਹਦੇ 'ਚ ਇਹ ਹੈ ਕਿ ਗੁਰੂ ਸਥਾਨ ਦੇ ਉੱਤੇ ਰਾਤੀ 12 ਵਜੇ ਤੋਂ ਸੰਗਤ ਜਿਹੜੀ ਹੈ ਉਹ ਗੁਰੂ ਘਰ ਦੀ ਸੇਵਾ ਵਾਸਤੇ ਆਣਾ ਸ਼ੁਰੂ ਹੋ ਜਾਂਦੀ ਹੈ। ਉਹਨਾਂ ਨੇ ਆ ਕੇ ਗੁਰੂ ਘਰ ਦੀ ਅੰਦਰ ਸਾਫ਼ ਸਫਾਈ ਕਰਨੀ ਹੁੰਦੀ ਹੈ, ਮਹਾਰਾਜ ਦਾ ਪ੍ਰਕਾਸ਼ ਕਰਨਾ ਹੁੰਦਾ ਸਵੇਰੇ ਤੜਕੇ। ਉਹਨਾਂ ਸਾਰੀਆਂ ਚੀਜ਼ਾਂ ਨੂੰ ਮੁੱਖ 'ਚ ਰੱਖਦੇ ਹੋਏ ਸਾਡੀ ਇਹ ਮੰਗ ਹੈ, ਮੈਂ ਹੁਣੇ ਐਲਜੀ ਸਾਹਿਬ ਤੋਂ ਵੀ ਟਾਈਮ ਮੰਗਿਆ, ਦਿੱਲੀ ਦੇ ਮੰਤਰੀ ਸਤਿੰਦਰ ਜੈਨ ਤੋਂ ਵੀ ਟਾਈਮ ਮੰਗਿਆ, ਔਰ ਅਸੀਂ ਅਮਿਤ ਸ਼ਾਹ ਤੋਂ ਵੀ ਕੱਲ ਟਾਈਮ ਮੰਗਾਂਗੇ ਕਿ ਇਹਦੇ ਵਿੱਚ ਤੁਰੰਤ ਇੰਟਰਵੀਨ ਕਰਕੇ ਸਾਡੇ ਕੋਲ ਅਲਟਰਨੇਟਿਵ ਜਗ੍ਹਾ ਹੈ ਸਾਡੇ ਸ਼ਰਧਾਲੂਆਂ ਵਾਸਤੇ। ਸਾਡੇ ਜਿਹੜੇ ਗੁਰੂ ਘਰ ਸ਼ਰਧਾਲੂ ਆਉਂਦੇ ਆ ਉਹ ਕਿਤੇ ਵੀ ਬਾਹਰ ਆਪਣੀਆਂ ਗੱਡੀਆਂ ਪਾਰਕ ਨਹੀਂ ਕਰਦੇ, ਉਹਨਾਂ ਗੱਡੀਆਂ ਨੂੰ ਸਾਡੀ ਪਾਰਕਿੰਗ ਤੱਕ ਆਉਣ ਦੀ ਜਿਹੜੀ ਹੈ ਇਜਾਜ਼ਤ ਦਿੱਤੀ ਜਾਵੇ। ਔਰ ਜਦੋਂ ਤੱਕ ਇਸ ਮਾਮਲੇ ਦੀ ਹਲੇ ਸੁਣਵਾਈ ਸਹੀ ਤਰੀਕੇ ਨਹੀਂ ਹੋ ਜਾਂਦੀ, ਦਿੱਲੀ ਪੁਲਿਸ ਨੂੰ ਮੈਂ ਚੇਤਾਵਨੀ ਦੇਣੀ ਚਾਹੁੰਦਾ ਕਿ ਕਿਸੇ ਵੀ ਤਰੀਕੇ ਕਿਸੇ ਸ਼ਰਧਾਲੂ ਦਾ ਗੁਰੂ ਘਰ ਆਉਣ ਵਾਲੇ ਦਾ ਜਿਹੜਾ ਚਲਾਨ ਨਾ ਕੀਤਾ ਜਾਵੇ, ਨਹੀਂ ਇਹਦਾ ਖਮਿਆਜਾ ਸਰਕਾਰ ਨੂੰ ਭੁਗਤਣਾ ਪਏਗਾ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ। ਇਸ ਟਾਈਮ ਗੁਰਦੁਆਰਾ ਸੀਸਗੰਜ ਸਾਹਿਬ ਦੇ ਬਾਹਰ ਅਸੀਂ ਮੌਜੂਦ ਹੈਗੇ ਹਾਂ, ਔਰ ਸ਼ਾਹਜਹਾਨਾਬਾਦ ਪ੍ਰੋਜੈਕਟ ਜਿਹਦੇ ਕਰਕੇ ਜੋ ਕਿ ਗੁਰਦੁਆਰਾ ਸੀਸਗੰਜ ਸਾਹਿਬ ਆਉਣ ਜਾਣ ਵਾਲੀ ਸੰਗਤਾਂ ਵਾਸਤੇ ਜੋ ਪਾਰਕਿੰਗ ਦੀ ਪਰੇਸ਼ਾਨੀ ਹੋ ਰਹੀ ਹੈ, ਆਪਣਾ ਵਹੀਕਲ ਲੈ ਕੇ ਸੰਗਤਾਂ ਨਹੀਂ ਆ ਸਕਦੀਆਂ, ਉਸ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਵੀ ਕੱਲ ਵੀਡੀਓ ਪਾਈ ਗਈ ਸੀ, ਔਰ ਕਿਹਾ ਗਿਆ ਸੀਗਾ ਕਿ ਸਰਕਾਰ ਜਲਦੀ ਹੈ ਰਸਤਾ ਦੇਵੇ, ਨਹੀਂ ਤੇ ਜਿਹੜੇ ਵੱਡੇ ਗੇਟ ਨੇ ਲਗਾਏ ਗਏ ਨੇ ਉਹਨਾਂ ਨੂੰ ਪੱਟਿਆ ਜਾਏਗਾ, ਔਰ ਜਿਹੜਾ ਸਾਰੀ ਇਹ ਕਾਰਵਾਈ ਜਿਹੜੀ ਹੈਗੀ ਆ ਜਲਦੀ ਕੀਤੀ ਜਾਏਗੀ। ਔਰ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਤੇ ਉਹ ਗੇਟ ਪੱਟ ਕੇ ਰੱਖ ਦਿੱਤੇ ਜਾਣਗੇ। ਅੱਜ ਦੀ ਜੇ ਗੱਲ ਕਰੀ ਤੇ ਅੱਜ ਜੋ ਕਿ ਕੁਲਵੰਤ ਸਿੰਘ ਬਾਠ ਜੋ ਕਿ ਵਾਈਸ ਪ੍ਰੈਜ਼ੀਡੈਂਟ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹੋਰ ਵਿਰੋਧੀ ਧਿਰ ਵੀ ਕਹਿ ਸਕਦੇ ਹੋ ਕਿ ਅੱਜ ਪਹੁੰਚੀ ਹੈਗੀ ਹੈ। ਕਰਤਾਰ ਸਿੰਘ, ਵਿੱਕੀ ਚਾਵਲਾ, ਸੁਖਬੀਰ ਸਿੰਘ ਕਾਲਰਾ, ਕੁਝ ਮੈਂਬਰ ਵੀ ਇੱਥੇ ਪਹੁੰਚੇ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਮੈਂ ਚਾਹਾਂਗਾ ਇਸ ਪਾਸੇ ਥੋੜਾ ਜਿਹਾ ਆ ਜਾਈਏ ਜੇ ਆਪਾਂ ਲਾਈਟਨਿੰਗ ਕੰਡੀਸ਼ਨ ਕਰਕੇ। ਸੋ ਬਾਠ ਸਾਹਿਬ, ਅੱਜ ਤੁਸੀਂ ਇੱਥੇ ਪਹੁੰਚੇ ਹੈਗੇ ਹੋ, ਔਰ ਆਪਣੇ ਵੱਲੋਂ ਜੋ ਇੱਕ ਸੁਨੇਹਾ ਜੋ ਕਿ ਦਿੱਤਾ ਹੈਗਾ ਕਿ ਜਲਦੀ ਉਹ ਗੇਟ ਹੈ ਪੱਟ ਦਿੱਤੇ ਜਾਣ, ਔਰ ਜਿਹੜੇ ਪੋਸਟਰ ਇੱਥੇ ਲੱਗੇ ਸੀਗੇ ਤੁਹਾਡੇ ਵੱਲੋਂ ਉਹ ਵੀ ਹਟਾਏ ਗਏ ਹੈਗੇ ਆ, ਕੀ ਕਹਿਣਾ ਚਾਹੋਗੇ ਜੀ?
ਦੇਖੋ, ਜਿੱਥੋਂ ਤੱਕ ਪੋਸਟਰ ਹਟਾਉਣ ਦਾ ਇੱਕ ਸਰਕਾਰ ਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸਰਕਾਰ ਨੇ ਅਗਰ ਸਮੇਂ ਰਹਿੰਦੇ ਆਪਣੇ ਫੈਸਲਿਆਂ 'ਚ ਬਦਲਾਅ ਨਹੀਂ ਕੀਤਾ, ਸਿੱਖ ਕੌਮ, ਪਹਿਲੀ ਗੱਲ ਤਾਂ ਪੋਸਟਰ ਦਾ ਗੁਰਦੁਆਰੇ ਦੇ ਉੱਤੇ, ਗੁਰਦੁਆਰੇ ਦੇ ਪੋਲ ਦੇ ਉੱਤੇ, ਫੈਂਸੀ ਲਾਈਟ ਦੇ ਉੱਤੇ ਇਹ ਲਗਾਉਣ ਦਾ ਕੀ ਮਕਸਦ ਹੈ? ਦੂਸਰੀ ਗੱਲ, 20,000 ਰੁਪਏ ਦਾ ਚਲਾਨ ਇਹਦੇ ਉੱਤੇ ਲਿਖਿਆ ਗਿਆ ਹੈ। ਦਿੱਲੀ ਪੁਲਿਸ ਤੋਂ ਮੈਂ ਪੁੱਛਣਾ ਚਾਹੁੰਦਾ ਵੀ ਮੋਟਰ ਵਹੀਕਲ ਐਕਟ ਦੇ ਮੁਤਾਬਕ ਮੇਰਾ ਖਿਆਲ ਹੈ ਐਡਾ ਵੱਡਾ ਜੁਰਮਾਨਾ ਹੋਰ ਕਿਸੇ ਜੁਰਮ ਦੇ ਵਿੱਚ ਨਹੀਂ ਹੈ ਜਿਹੜਾ ਇੱਥੇ ਗੱਡੀ ਦੀ ਐਂਟਰੀ ਦੇ ਉੱਤੇ 20,000 ਰੁਪਏ ਜੁਰਮਾਨਾ ਦੱਸਿਆ ਜਾ ਰਿਹਾ। ਸੋ ਮੇਰਾ ਸਵਾਲ ਇਹ ਹੈ, ਅਸੀਂ ਸਰਕਾਰ ਨੂੰ ਅੱਜ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਕੱਲ LG ਸਾਹਿਬ ਤੋਂ, ਦਿੱਲੀ ਦੇ ਜਿਹੜੇ ਲੈਫਟੀਨੈਂਟ ਗਵਰਨਰ ਹੈ, ਜਿਹੜੇ ਸਾਡੇ ਗੁਰਦੁਆਰਾ ਅਫੇਅਰ ਦੇ ਮੰਤਰੀ ਹੈਗੇ, ਉਹਨਾਂ ਤੋਂ, ਸਰਕਾਰ ਤੋਂ, PWD ਦੇ ਮੰਤਰੀ ਤੋਂ, ਔਰ ਅਸੀਂ ਅਮਿਤ ਸ਼ਾਹ ਤੋਂ ਵੀ ਕੱਲ ਟਾਈਮ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਤੁਰੰਤ ਇਹਦੇ ਵਿੱਚ ਇੰਟਰਵੀਨ ਕਰਨ, ਕਿਉਂਕਿ ਗੁਰੂ ਦੀਆਂ ਸੰਗਤਾਂ ਜਿਹੜੀਆਂ ਸਵੇਰੇ ਤੋਂ ਲੈ ਕੇ ਦੇਰ ਰਾਤ ਤੱਕ ਇਸ ਸਥਾਨ ਤੇ ਨਤਮਸਤਕ ਹੋਣ ਪਹੁੰਚਦੀਆਂ। ਔਰ ਮੇਰਾ ਵੱਡਾ ਸਵਾਲ ਇਹ ਹੈ, 400 ਸਾਲਾ ਗੁਰੂ ਸਾਹਿਬ ਦੀ ਪ੍ਰਕਾਸ਼ ਦਿਹਾੜਾ ਸ਼ਤਾਬਦੀ ਮਨਾ ਰਹੀਆਂ ਹੈ ਸਮੁੱਚੇ ਸੰਸਾਰ ਦੇ ਵਿੱਚ ਗੁਰੂ ਦੀਆਂ ਸੰਗਤਾਂ, ਤੇ ਸਰਕਾਰ ਬਜਾਏ ਕੋਈ ਇਨਾਮ ਦੇਣ ਦੇ, ਸਰਕਾਰ ਨੂੰ ਚਾਹੀਦਾ ਸੀ, ਚਾਹੇ ਕੇਂਦਰ ਦੀ ਸਰਕਾਰ ਹੋਵੇ ਚਾਹੇ ਦਿੱਲੀ ਦੀ ਸਰਕਾਰ ਹੋਵੇ, ਉਹ ਗੁਰੂ ਸਾਹਿਬ ਦੇ ਨਾਂ ਦੇ ਉੱਤੇ ਕੋਈ ਐਸਾ ਉਪਰਾਲਾ ਕਰਦੀ, ਕੋਈ ਯੂਨੀਵਰਸਿਟੀ ਅਨਾਉਂਸ ਕਰਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ ਦੇ ਉੱਤੇ। ਤੇ ਸਰਕਾਰ ਨੇ ਇਹ ਸਲਾਹ ਦਿੱਤਾ ਸਾਡੀਆਂ ਸ਼ਹਾਦਤਾਂ ਦਾ ਕਿ ਇਹ ਸ਼ਤਾਬਦੀ ਵਰ੍ਹੇ ਦੇ ਵਿੱਚ ਇੱਥੇ ਆਉਣ ਵਾਲੇ ਰਾਹ ਜਿਹੜੇ ਆ ਸਰਕਾਰ ਉਹ ਬੰਦ ਕਰਦੀ ਪਈ ਆ, ਜਿਹਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਸਾਡੇ ਸਮੁੱਚੇ ਮੈਂਬਰ ਸਾਹਿਬਾਨ ਜਿਹੜੇ ਆ ਦਿੱਲੀ ਦੀਆਂ ਸੰਗਤਾਂ ਦੇ ਨਾਲ ਇਸ ਸਥਾਨ ਦੇ ਉੱਤੇ ਜੇ ਮੋਰਚਾ ਲਾਣਾ ਪਿਆ ਅਸੀਂ ਮੋਰਚਾ ਵੀ ਲਾਵਾਂਗੇ, ਲੇਕਿਨ ਸਰਕਾਰ ਦੀਆਂ ਜਿਹੜੀਆਂ ਇਹ ਕੋਸ਼ਿਸ਼ਾਂ ਹੈਗੀਆਂ, ਇਹਨਾਂ ਕੋਸ਼ਿਸ਼ਾਂ ਨੂੰ ਕਦੇ ਵੀ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ। ਬਾਟ ਸਾਹਿਬ, ਹੁਣੇ ਮੈਨੂੰ ਜਾਣਕਾਰੀ ਮਿਲੀ ਹੈ ਕਿ ਜਿਹੜਾ ਨੋ ਪਾਰਕਿੰਗ ਦਾ ਚਲਾਨ ਜਿਹੜਾ ਹੁੰਦਾ ਨਾ, ਉਹ ਵੀ 700 ਜਾਂ 1000 ਰੁਪਏ ਤਾਂ ਇਸ ਤੋਂ ਉੱਪਰ ਨਹੀਂ ਹੁੰਦਾ ਹੈਗਾ, ਪਰ ਇੱਥੇ ਜੇ ਪਾਰਕਿੰਗ ਜੇ ਤੁਸੀਂ ਵਹੀਕਲ ਲੈ ਕੇ ਆਉਂਦੇ ਹੋ ਤੇ 20,000 ਰੁਪਏ ਦਾ, ਯਾਨੀ ਕਿ 20 ਗੁਣਾ, ਤਕਰੀਬਨ 20-25 ਗੁਣਾ ਜ਼ਿਆਦਾ ਚਲਾਨ ਹੈ। ਮਤਲਬ ਕਿ ਆਮ ਬੰਦਾ ਜਿਹੜਾ ਹੈਗਾ ਉਹ ਤਾਂ ਅਫੋਰਡ ਹੀ ਨਹੀਂ ਕਰ ਸਕਦਾ ਹੈਗਾ। ਇਹ ਕਿਸ ਤਰੀਕੇ ਦੀ ਜ਼ਿਆਦਤੀ ਹੈ? ਮੈਂ ਕਹਿੰਦਾ, ਮੈਂ ਆਪਣੀ ਬਾਈਟ 'ਚ ਤੁਹਾਨੂੰ ਇਹੀ ਗੱਲ ਪਹਿਲੇ ਕਹੀ ਹੈ ਕਿ ਸਰਕਾਰ ਇੱਕ ਦਹਿਸ਼ਤ ਦਾ ਮਾਹੌਲ ਬਣਾਉਣਾ ਚਾਹ ਰਹੀ ਹੈ। 20,000 ਰੁਪਏ ਜੁਰਮਾਨਾ ਮੋਟਰ ਵਹੀਕਲ ਐਕਟ ਦੇ ਅੰਦਰ, ਵੱਡੇ ਤੋਂ ਵੱਡੇ ਜੁਰਮ ਦਾ ਵੀ ਜਿਹੜਾ ਜੁਰਮਾਨਾ ਹੈ ਉਹ 20,000 ਰੁਪਇਆ ਨਹੀਂ ਹੈ, ਲੇਕਿਨ ਸਰਕਾਰ ਇੱਥੇ ਇੱਕ ਅਗਰ ਕੋਈ ਬੰਦਾ ਗਲਤੀ ਦੇ ਨਾਲ ਵੀ ਲੈ ਕੇ ਆ ਜਾਵੇ ਬਾਈ ਚਾਂਸ, ਤੁਸੀਂ 20,000 ਰੁਪਏ ਦਾ ਅੱਜ ਕੁਝ ਸੰਗਤ ਦੇ ਰੂਪ 'ਚ ਜਿਹੜੇ ਲੋਕ ਮਿਲੇ ਆ, ਸਰਕਾਰ ਨੇ ਚਲਾਨ ਕਰਨੇ ਸ਼ੁਰੂ ਕੀਤੇ। ਮੈਂ ਚਲਾਨ ਵੀ ਮੰਗਵਾਏ ਆ ਔਰ ਅਸੀਂ ਬਹੁਤ ਜਲਦੀ ਕੱਲ ਦਿੱਲੀ ਦੇ ਪੁਲਿਸ ਕਮਿਸ਼ਨਰ ਨੂੰ ਵੀ ਮਿਲਣ ਦੀ ਕੋਸ਼ਿਸ਼ ਕਰਾਂਗੇ ਕਿ ਜਦੋਂ ਤੱਕ ਇਹ ਸਾਰਾ ਫੈਸਲਾ ਜਿਹੜਾ, ਜਦੋਂ ਤੱਕ ਇਹ ਜਿਹੜੀ ਸਾਡੀ ਗੱਲਬਾਤ ਹੈ ਸਰਕਾਰ ਦੇ ਨਾਲ ਜਾਂ ਲੈਫਟੀਨੈਂਟ ਗਵਰਨਰ ਦੇ ਨਾਲ ਪੂਰੀ ਨਹੀਂ ਹੋ ਜਾਂਦੀ, ਉਦੋਂ ਤੱਕ ਜਿਹੜਾ ਦਿੱਲੀ ਪੁਲਿਸ ਨੂੰ ਇਹ ਚਲਾਨ ਕਰਨ ਤੋਂ ਵਰਜਿਆ ਜਾਵੇ। ਬਾਟ ਸਾਹਿਬ, ਇੱਥੇ ਜੋ ਕਿ ਕੱਲ ਮਨਜਿੰਦਰ ਸਿੰਘ ਸਿਰਸਾ ਆਏ ਸੀਗੇ, ਉਹਨਾਂ ਵੱਲੋਂ ਵੀਡੀਓ ਪਾਈ ਗਈ ਔਰ ਕਿਹਾ ਗਿਆ ਕਿ ਇਸ ਗੱਲ ਦੀ ਉਹ ਸਖਤ ਨਿਖੇਧੀ ਕਰਦੇ ਆ। ਔਰ ਮੈਨੂੰ ਲੱਗਦਾ ਕਿ ਜੇ ਦਿੱਲੀ ਕਮੇਟੀ ਇਹ ਇਸ਼ੂ ਚੁੱਕ ਰਹੀ ਹੈ, ਦਿੱਲੀ ਕਮੇਟੀ ਦੇ ਪ੍ਰਧਾਨ ਇਸ ਇਸ਼ੂ ਨੂੰ ਚੁੱਕ ਰਹੇ ਆ, ਤੇ ਬੜੀ ਇੱਕ ਸ਼ਲਾਘਾਯੋਗ ਗੱਲ ਹੈ ਕਿ ਸਾਡੇ ਦਿੱਲੀ ਕਮੇਟੀ ਦੇ ਪ੍ਰਧਾਨ ਇਸ ਮਾਮਲੇ ਦੇ ਵਿੱਚ ਮੋਹਰੀ ਹੋ ਕੇ ਇਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਆ। ਤੁਹਾਡੇ ਵੱਲੋਂ ਅੱਜ ਆ ਕੇ ਉਹਨਾਂ ਵੱਲ ਇਲਜ਼ਾਮ ਕਿਉਂ ਲਗਾਏ ਜਾ ਰਹੇ ਹੈਗੇ ਆ? ਦਿੱਲੀ ਕਮੇਟੀ ਦੇ ਜੇ ਪ੍ਰਧਾਨ ਜਾਂ ਤੇ ਨਾ ਕਾਰਵਾਈ ਕਰੇ ਤਾਂ ਤੁਸੀਂ ਇਲਜ਼ਾਮ ਲਗਾਓ, ਉਹ ਤਾਂ ਆ ਕੇ ਆਪ ਕਹਿ ਰਹੇ ਆ ਕਿ ਸੰਗਤ ਦੇ ਨਾਲ ਜੁੜ ਕੇ ਜਿਹੜਾ ਹੈਗਾ ਇੱਥੇ ਗੇਟ ਜਿਹੜੇ ਹੈਗੇ ਉਹ ਵੀ ਪੱਟ ਕੇ ਲਿਆਣਗੇ, ਰਸਤੇ ਜਿਹੜੇ ਖੁਲਵਾਏ ਜਾਣਗੇ। ਸੋ ਇਹ ਸਿਆਸਤ ਦਾ ਮਾਹੌਲ ਕਿਉਂ ਪੈਦਾ ਕੀਤਾ ਜਾ ਰਿਹਾ? ਮੈਂ ਇਹਦੇ ਤੇ ਕੋਈ ਇਲਜ਼ਾਮ ਨਹੀਂ ਲਗਾਏ, ਮੈਂ ਤਾਂ ਸ਼ਲਾਘਾ ਇਸ ਗੱਲ ਦੀ ਕੀਤੀ ਹੈ ਕਿ ਉਹਨਾਂ ਵੱਲੋਂ ਜਿਹੜੀ ਗੱਲ ਕਹੀ ਗਈ ਹੈ ਉਹ ਕੱਲਾ ਉਹਨਾਂ ਵਾਸਤੇ ਕਰਨਾ ਮੁਮਕਿਨ ਨਹੀਂ ਹੈ, ਸੰਗਤ ਦੇ ਸਹਿਯੋਗ ਦੇ ਨਾਲ ਇਹ ਗੱਲ ਕੀਤੀ ਜਾ ਸਕਦੀ ਹੈ। ਔਰ ਇਲਜ਼ਾਮ ਕੇਵਲ ਮੈਂ ਇੱਕ ਗੱਲ ਦਾ ਲਗਾਇਆ ਹੈ ਕਿ ਜਿੰਨੀ ਦੇਰ ਤੋਂ ਇਹ ਸ਼ਾਹਜਹਾਨਾਬਾਦ ਪ੍ਰੋਜੈਕਟ ਦੀ ਕਾਰਵਾਈ ਚੱਲ ਰਹੀ ਹੈ, ਉਹ MLA ਵੀ ਸੀਗੇ, ਉਹ ਜਨਤਕ ਕਰਨ ਇਹਨਾਂ ਗੱਲਾਂ ਨੂੰ ਕਿ ਸਰਕਾਰ ਦੇ ਵਿੱਚ ਰਹਿੰਦਿਆਂ ਹੋਏ ਉਹਨਾਂ ਨੇ ਅਸੈਂਬਲੀ ਦੇ ਵਿੱਚ ਕਦੇ ਇਹ ਮੁੱਦਾ ਚੁੱਕਿਆ ਜਾਂ ਉਹਨਾਂ ਨੇ ਹੁਣ ਤੱਕ ਕੋਈ ਚਿੱਠੀ ਪੱਤਰ ਦੇ ਰਾਹੀਂ ਕੋਈ ਸਰਕਾਰ ਦੇ ਨਾਲ ਇਸ ਗੱਲ ਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਕੇਵਲ ਤੇ ਕੇਵਲ ਸਿਆਸਤ ਦੀ ਗੱਲ ਇਸ ਕਰਕੇ ਕੀਤੀ ਹੈ ਕਿ ਸਿਆਸਤ ਸ਼ਾਇਦ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਕਿ ਉਹਨਾਂ ਨੇ ਆਪਣੇ ਬਾਕੀ ਇਲਜ਼ਾਮਾਂ ਦਾ ਜਵਾਬ ਦੇਣ ਦੀ ਬਜਾਏ ਇੱਕ ਉਕਸਾਨ ਦੇ ਰੂਪ ਦੇ ਵਿੱਚ ਇੱਥੇ ਆ ਕੇ ਜੋ ਕੱਲ ਭਾਸ਼ਣ ਕੀਤਾ, ਉਸ ਭਾਸ਼ਣ ਦੇ ਉੱਤੇ ਇਤਰਾਜ਼ ਹੈ ਕਿ ਉਸ ਤੋਂ ਪਹਿਲਾਂ ਉਹ ਜਨਤਕ ਕਰਨ ਉਹਨਾਂ ਗੱਲਾਂ ਨੂੰ ਜੋ ਉਹਨਾਂ ਨੇ ਗੱਲਬਾਤ ਦੇ ਰਾਹੀਂ ਸਰਕਾਰ ਦੇ ਨਾਲ ਕੀਤੀਆਂ। ਪੂਰੀ ਸਿੱਖ ਕੌਮ ਉਹਨਾਂ ਦੇ ਨਾਲ ਖੜੀ ਹੈ। ਪਰ ਬਾਟ ਸਾਹਿਬ, ਜੇ ਗੱਲ ਦੇਖੀ ਜਾਵੇ ਤੇ ਜੇ ਆਪਾਂ ਜੇ ਇਹ ਕੌਮੀ ਮੁੱਦੇ ਨੇ, ਸਰਕਾਰ ਦੇ ਨਾਲ ਸਿੱਖਾਂ ਦੀ ਸਿੱਧੀ ਫਾਈਟ ਹੁੰਦੀ ਹੈ, ਤੇ ਆਪਾਂ ਕਿਉਂ ਨਹੀਂ ਜਿਹੜਾ ਹੈਗਾ ਇਸ ਮੁੱਦੇ ਨੂੰ ਜਿਹੜਾ ਹੈਗਾ ਇਹਦੇ ਵਿੱਚ ਰਾਜਨੀਤੀ ਛੱਡ ਕੇ ਇਕੱਠੇ ਹੋ ਕੇ ਸਾਂਝੇ ਤੌਰ ਤੇ ਕੰਮ ਕਰੀਏ? ਕਿਉਂ ਇਹਦੇ ਉੱਪਰ ਵੀ ਰਾਜਨੀਤੀ? ਬਿਲਕੁਲ, ਮੈਂ ਗੁਰਪ੍ਰੀਤ ਜੀ ਤੁਹਾਨੂੰ ਕਿਹਾ ਕਿ ਸਾਡੇ ਸਮੁੱਚੇ ਜਿਹੜੇ ਜਿਨ੍ਹਾਂ ਨੂੰ ਤੁਸੀਂ ਵਿਪਕਸ਼ ਕਹਿ ਰਹੇ ਹੋ, ਬਲਕਿ
ਕਿ ਗੁਰੂ ਘਰ ਦੇ ਵਿੱਚ ਕੋਈ ਵਿਪਕਸ਼ ਨਹੀਂ ਹੁੰਦਾ, ਲੇਕਿਨ ਸਾਡੇ ਸਾਰੇ ਮੈਂਬਰ ਸਾਹਿਬਾਨ ਇਸ ਮੁੱਦੇ ਦੇ ਉੱਤੇ ਦਿੱਲੀ ਦੀ ਸੰਗਤ ਦੇ ਨਾਲ ਖੜੇ ਹੈ। ਅਸੀਂ ਬਿਲਕੁਲ ਇਹ ਜਿਹੜਾ ਸਰਕਾਰ ਵੱਲੋਂ ਕਦਮ ਚੁੱਕਿਆ ਜਾ ਰਿਹਾ, ਸਰਕਾਰ ਦੀ ਕੋਸ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ। ਦਿੱਲੀ ਕਮੇਟੀ ਫੈਸਲਾ ਲਵੇ, ਦਿੱਲੀ ਦੀ ਸੰਗਤ ਫੈਸਲਾ ਲਵੇ, ਲੇਕਿਨ ਇਹ ਫੈਸਲਾ ਜਿਹੜਾ ਉਹ ਜ਼ੁਲਮ ਦਾ ਫੈਸਲਾ ਹੈ। ਸਰਕਾਰ ਤੋਂ ਅਸੀਂ ਮੰਗ ਕੀਤੀ ਹੈ ਔਰ ਕਮੇਟੀ ਆ ਕੇ ਇੱਥੇ ਜੇ ਮੰਨ ਲਿਆ ਕੱਲ੍ਹ ਨੂੰ ਅਸੀਂ ਇੱਥੇ ਆ ਕੇ ਧਰਨਾ ਲਾ ਦਈਏ ਤਾਂ ਮਨਜਿੰਦਰ ਸਿੰਘ ਸਿਰਸਾ ਦੀ ਟੀਮ ਨੂੰ ਵੀ ਚਾਹੀਦਾ ਕਿ ਉਹਨਾਂ ਨੇ ਸਾਡੇ ਨਾਲ ਆ ਕੇ ਧਰਨਾ ਲਾਉਣਾ ਹੈ। ਲੇਕਿਨ ਅਸੀਂ ਅੱਜ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸਰਕਾਰ ਦੇ ਨਾਲ ਜਿਹੜੀ ਹੁਣ ਤੱਕ ਦੀ ਗੱਲਬਾਤ ਕੀਤੀ ਹੈ, ਕਿਉਂਕਿ ਇਹ ਕਮੇਟੀ ਅਹੁਦੇਦਾਰਾਂ ਦਾ ਫਰਜ਼ ਬਣਦਾ ਹੈ। ਜਿਵੇਂ ਮੈਂ ਮਜਨੂ ਟਿੱਲਾ ਸਾਹਿਬ ਦੀ ਗੱਲ ਕੀਤੀ ਹੈ, ਮਜਨੂ ਟਿੱਲਾ ਸਾਹਿਬ ਦੇ ਉੱਤੇ ਅੱਜ ਤੱਕ ਕਮੇਟੀ ਮੈਨੂੰ ਦੱਸੇ ਕਿ ਮੇਰੇ ਉਸ ਲੈਟਰ ਤੋਂ ਬਾਅਦ ਕਮੇਟੀ ਨੇ ਕੀ ਐਕਸ਼ਨ ਲਿਆ, ਇਹ ਵੀ ਸਾਡਾ ਫਰਜ਼ ਬਣਦਾ ਹੈ ਸੰਗਤ ਨੂੰ ਦੱਸਣਾ। ਠੀਕ ਹੈ ਜੀ, ਬਿਲਕੁਲ ਸੰਗਤ ਜੀ, ਇੱਥੇ ਇਹ ਵੀ ਸਵਾਲ ਉੱਠਦੇ ਹੈ ਕਿ 1 ਸਾਲ ਤੋਂ ਮਜਨੂ ਟਿੱਲਾ ਦਾ ਗੁਰਦੁਆਰਾ ਸਾਹਿਬ ਦਾ ਰਾਹ ਜਿਹੜਾ ਹੈਗਾ ਬੰਦ ਪਿਆ, ਉਹਦੇ ਉੱਪਰ ਐਕਸ਼ਨ ਹਜੇ ਤੱਕ ਨਹੀਂ ਹੋਇਆ। ਸੋ ਮੈਨੂੰ ਲੱਗਦਾ ਦਿੱਲੀ ਕਮੇਟੀ ਨੂੰ ਇਸ ਤੇ ਵੀ ਧਿਆਨ ਦੇਣਾ ਚਾਹੀਦਾ। ਮੈਂ ਆਪ ਜਾ ਕੇ ਵੀ ਉੱਥੇ ਉਹ ਕਵਰੇਜ ਕਰਕੇ ਸੰਗਤਾਂ ਤੱਕ ਪਹੁੰਚਾਈ ਸੀਗੀ ਕਿ ਜਿਸ ਤਰੀਕੇ ਉਹ ਗੁਰਦੁਆਰਾ ਸਾਹਿਬ ਜਾਣ ਦੇ ਰਸਤੇ ਪਹਿਲੇ ਉਦੋਂ ਰਸਤੇ ਬੰਦ ਕੀਤੇ ਗਏ, ਰਸਤੇ ਜਿਹੜੇ ਲੰਬੇ ਕਰ ਦਿੱਤੇ ਗਏ, ਔਰ ਅੱਜ ਜਿਹੜਾ ਹੈਗਾ ਤੁਹਾਡੇ ਗੁਰਦੁਆਰਾ ਸਾਹਿਬ ਤੁਸੀਂ ਆਪਣਾ ਵਾਹੀਕਲ ਲੈ ਕੇ ਨਹੀਂ ਆ ਸਕਦੇ, ਅਲਟਰਨੇਟਿਵ ਪਾਰਕਿੰਗ ਦਾ ਕੋਈ ਪ੍ਰਬੰਧ ਨਹੀਂ ਹੈਗਾ। ਕੁਝ ਚਲਾਨ ਜਿਹੜੇ ਆ ਸ਼ਾਇਦ ਇੱਥੇ ਮੈਨੂੰ ਜੋ ਕਿ ਸ਼ੋਅ ਕੀਤੇ ਜਾ ਰਹੇ ਕਿ ਇੱਥੇ ਕੁਝ ਸੰਗਤਾਂ ਜੋ ਆਈਆਂ ਉਹਨਾਂ ਦੇ ਜਿਹੜੇ ਚਲਾਨ ਵੀ ਨਾਜਾਇਜ਼ ਵੰਨ-ਸਵੰਨੇ ਬਹਾਨੇ ਮਾਰ ਕੇ ਕੀਤੇ ਜਾ ਰਹੇ ਆ ਜੀ। ਆ ਦੇਖੋ, ਪਤਾ ਨਹੀਂ ਆ ਨੋ ਪਾਰਕਿੰਗ ਦਾ ਇਹਨਾਂ ਨੇ ਕੀਤਾ ਹੈ ਔਰ ਇਹਦੇ ਤੇ ਕੋਈ ਕੈਸ਼ ਜੁਰਮਾਨਾ ਲਿਆ ਤੁਹਾਡੇ ਕੋਲੋਂ? ਕੋਰਟ 'ਚ ਭੇਜ ਦਿੱਤਾ ਗਿਆ। ਸੋ ਇਸ ਤਰੀਕੇ ਦੇ ਬਹੁਤ ਸਾਰੇ ਚਲਾਨ ਜਿਹੜੇ ਆ ਉਹ ਸਾਹਮਣੇ ਆਉਣਗੇ। ਲੇਕਿਨ ਮੈਂ ਦਿੱਲੀ ਦੀ ਸੰਗਤ ਨੂੰ ਬੇਨਤੀ ਕਰਨੀ ਚਾਹਾਂਗਾ ਇਸ ਚਲਾਨ ਨੂੰ ਦੇਖਣ ਤੋਂ ਬਾਅਦ, ਜਦੋਂ ਤੱਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਨਤੀਜੇ ਤੇ ਨਹੀਂ ਪਹੁੰਚਦੀ, ਕੋਈ ਵੀ ਗੁਰੂ ਦਾ ਸ਼ਰਧਾਲੂ ਕੋਰਟ 'ਚ ਜਾ ਕੇ ਇਹ ਚਲਾਨ ਜਿਹੜਾ ਭਰਨ ਦੀ ਕੋਸ਼ਿਸ਼ ਨਾ ਕਰੇ। ਅਸੀਂ ਹੈਲਪਲਾਈਨ ਨੰਬਰ ਦੇਵਾਂਗੇ ਤੁਹਾਨੂੰ, ਜਿਨ੍ਹਾਂ ਸ਼ਰਧਾਲੂਆਂ ਦੇ ਵੀ ਚਲਾਨ ਹੋਏ ਆ, ਤੁਸੀਂ ਸਾਡੇ ਨਾਲ ਆਪਣਾ ਰਾਬਤਾ ਬਣਾ ਕੇ ਅਸੀਂ ਸਰਕਾਰ ਤੋਂ ਇਹ ਜਿਹੜੇ ਚਲਾਨ ਕੀਤੇ ਗਏ ਇਹਨਾਂ ਨੂੰ ਮਾਫ ਕਰਾਵਾਂਗੇ। ਠੀਕ ਹੈ ਜੀ, ਦੇਖ ਸਕਦੇ ਹੋ ਚਲਾਨ ਜਿਹੜੇ ਕੁਝ ਸੰਗਤਾਂ ਦੇ ਇੱਥੇ ਹੋਏ। ਹਾਂਜੀ ਤੁਹਾਡਾ, ਹਾਂਜੀ ਕੀ ਕਹਿ ਰਹੇ ਜੀ? ਮੈਂ ਕਿਹਾ ਉੱਥੇ ਰੋਕਦੇ ਪਏ ਨੇ, ਜਿਹੜਾ ਕੋਈ ਸਕੂਟਰ ਹੈਗਾ ਉਹ ਰੋਕਦੇ ਪਏ ਨੇ ਕਿ ਉੱਥੇ ਰੁਕ ਜਾ, ਪੈਦਲ ਜਾਓ। ਉਹ ਬੱਚੇ ਤੁਹਾਡਾ ਹੋਇਆ ਜੀ ਚਲਾਨ? ਹਾਂਜੀ ਹਾਂਜੀ, ਭੈਣ ਜੀ ਨੇ ਇਹਨਾਂ ਦਾ ਕਹਿੰਦੇ ਚਲਾਨ ਜਿਹੜਾ ਹੈਗਾ ਕੀਤਾ ਜਾ ਰਿਹਾ। ਸੋ ਮੈਂ ਬਾਟ ਸਾਹਿਬ ਜਾਣਨਾ ਚਾਹਾਂਗਾ, ਦਿੱਲੀ ਗੁਰਦੁਆਰਾ ਕਮੇਟੀ ਦੇ ਵਿੱਚ ਤੁਸੀਂ ਹੈਗੇ ਹੋ ਕਾਫੀ ਲੰਬੇ ਚਿਰ ਤੋਂ, ਹੋਰ ਵੀ ਮੈਂਬਰ ਸਾਹਿਬ ਮੇਰੇ ਨਾਲ ਮੌਜੂਦ ਨੇ, ਕਿ ਗੁਰਦੁਆਰਾ ਕਮੇਟੀ ਦੇ ਵਿੱਚ ਵਿੱਕੀ ਚਾਵਲਾ ਜੀ ਕਹਿ ਰਹੇ ਆ ਕਿ ਉਹਨਾਂ ਨੇ ਮੁੱਦਾ ਚੁੱਕਿਆ ਕਿ ਅੱਜ ਤੱਕ ਉਹਦਾ ਕੋਈ ਫੋਲੋ ਅਪ ਲਿੱਤਾ ਗਿਆ ਕਿ ਗੁਰਦੁਆਰਾ ਕਮੇਟੀ ਦੇ ਮੀਟਿੰਗਸ ਦੇ ਵਿੱਚ ਕਿਤੇ ਮੁੱਦਾ ਚੁੱਕਿਆ ਗਿਆ ਜਾਂ ਕੀ ਹੈ? ਕਿਉਂਕਿ ਅੱਜ ਆਪਾਂ ਇੱਥੇ ਆ ਰਹੇ ਹਾਂ, ਅੱਛੀ ਗੱਲ ਆਉਣਾ ਚਾਹੀਦਾ, ਪਰ ਸ਼ਾਹਜਹਾਨਾਬਾਦ ਪ੍ਰੋਜੈਕਟ ਕੋਈ ਅੱਜ ਤੋਂ 3-4 ਸਾਲ ਤੋਂ ਚੱਲਦਾ ਪਿਆ ਹੈਗਾ, ਇਸ ਬਾਰੇ ਕੋਈ ਗੱਲ ਸਰਕਾਰ ਦੇ ਨਾਲ ਕੀਤੀ ਗਈ ਗੁਰਦੁਆਰਾ ਕਮੇਟੀ? ਇਹੀ ਮੇਰਾ ਸਵਾਲ ਹੈ, ਜਿਹਨੂੰ ਤੁਸੀਂ ਸਿਆਸਤ ਦੇ ਵਰਡ ਦਿੱਤੇ ਹੈ, ਕੋਈ ਸਿਆਸਤ ਨਹੀਂ। ਇਹੀ ਜਾਣਨਾ ਚਾਹੁੰਦੇ ਔਰ ਵਿੱਕੀ ਜੀ ਨੇ ਬਿਲਕੁਲ ਠੀਕ ਕਿਹਾ, ਇਹਨਾਂ ਨੇ ਹਾਊਸ ਦੇ ਵਿੱਚ ਇਹ ਮੁੱਦਾ ਚੁੱਕਿਆ ਸੀਗਾ, ਲੇਕਿਨ ਜਾਣਕਾਰੀ ਦੇਣਾ ਜਿਹੜੇ ਮੁੱਖ ਅਹੁਦੇਦਾਰ ਹੁੰਦੇ ਆ, ਪ੍ਰਧਾਨ ਸਕੱਤਰ, ਉਹਨਾਂ ਦਾ ਫਰਜ਼ ਹੈ ਕਿ ਅਗਰ ਕਿਸੇ ਮੈਂਬਰ ਨੇ ਕੋਈ ਸਵਾਲ ਖੜਾ ਕੀਤਾ ਹੈ ਤੇ ਉਹਦੇ ਉੱਤੇ ਉਹਨਾਂ ਨੇ ਕੀ ਐਕਸ਼ਨ ਲਿਆ ਹੈ। ਜਿਵੇਂ ਮੇਰਾ ਜਿਹੜਾ ਚਿੱਠੀ ਹੈ ਉਹ ਜਨਤਕ ਚਿੱਠੀ ਹੈ, ਤੁਸੀਂ ਵੀ ਕਵਰ ਕੀਤਾ ਹੈ, ਅੱਜ ਤੱਕ ਮੈਨੂੰ ਨਾ ਸਰਕਾਰ ਵੱਲੋਂ ਜਵਾਬ ਆਇਆ ਨਾ ਕਮੇਟੀ ਵੱਲੋਂ ਜਵਾਬ ਆਇਆ ਕਿ ਉਹਨਾਂ ਨੇ ਫਾਲੋ ਕੀਤਾ ਜਾਂ ਨਹੀਂ ਕੀਤਾ। ਯਾਨੀ ਕਿ ਮਜਨੂ ਟਿੱਲਾ ਦੇ ਉੱਪਰ ਕੋਈ ਕਾਰਵਾਈ ਨਹੀਂ ਹੋਈ? ਕੋਈ ਕਾਰਵਾਈ ਅੱਜ ਤੱਕ, ਮੈਂ ਕਹਿੰਦਾ ਜੇ ਕੀਤੀ ਹੈ ਤਾਂ ਦਿਖਾਈ ਜਾਵੇ, ਜੇ ਕੀਤੀ ਹੈ ਤਾਂ ਦਿਖਾਈ ਜਾਵੇ, ਇਹੀ ਸਾਡੀ ਮੰਗ ਹੈ। ਠੀਕ ਹੈ ਜੀ। ਮਜਨੂ ਟਿੱਲਾ ਬਾਰੇ ਮੈਂ ਜਾਵਾਂਗਾ, ਥੋੜਾ ਜਿਹਾ ਫੇਰ ਪ੍ਰਕਾਸ਼ ਪਾ ਦੀ, ਕਿਉਂਕਿ ਸ਼ਾਇਦ ਸੰਗਤਾਂ ਕਿਤੇ ਭੁਲਾ ਨਾ ਦੇਣ। ਦੇਖੋ, ਮਜਨੂ ਟਿੱਲਾ ਸਾਹਿਬ ਜਿਹੜਾ ਸਿਵਲ ਲਾਈਨ ਤੋਂ ਜਿਹੜੀ ਸਾਡੀ ਐਂਟਰੀ ਹੈ, ਉਹ ਟ੍ਰੈਫਿਕ ਦੀ ਆੜ ਦੇ ਵਿੱਚ ਉਹਨੂੰ ਬੈਰੀਕੇਡ ਲਗਾ ਕੇ ਬੰਦ ਕਰ ਦਿੱਤਾ। ਹੁਣ ਮਜਨੂ ਟਿੱਲੇ ਤੋਂ ਜਿਹੜੀ ਸੰਗਤ ਆਉਂਦੀ ਹੈ ਉਹਨੂੰ ਸਿਗਨੇਚਰ ਪੁਲ ਦੇ ਥੱਲਿਓਂ ਘੁੰਮ ਕੇ ਆਉਣਾ ਪੈਂਦਾ, ਜਾਂ ਜਿਹੜੀ ਪੰਜਾਬ ਤੋਂ ਸੰਗਤ ਆਉਂਦੀ ਹੈ ਉਹ ਤਾਂ ਸਿੱਧੀ ਐਂਟਰੀ ਕਰ ਲੈਂਦੀ ਹੈ। ਜਿਹੜੀ ਸੰਗਤ ਨੇ ਬੱਸ ਅੱਡੇ ਵੱਲੋਂ ਜਾਣਾ, ਉਹ ਵੀ ਸੰਗਤ ਜਿਹੜੀ ਹੈ ਬਜਾਏ ਗੁਰਦੁਆਰੇ ਦੇ ਸਾਹਮਣੇ ਜਿਹੜਾ ਕੱਟ ਹੈ ਬੰਦ ਕਰ ਦਿੱਤਾ ਗਿਆ, ਸਿਗਨੇਚਰ ਪੁਲ ਦੇ ਥੱਲਿਓਂ ਘੁੰਮ ਕੇ ਆਉਂਦੀ ਹੈ। ਅਸੀਂ ਉਦੋਂ ਵੀ ਸਰਕਾਰ ਤੋਂ ਮੰਗ ਕੀਤੀ ਸੀ ਕਿ ਤੁਸੀਂ ਇੱਥੇ ਅਗਰ ਟ੍ਰੈਫਿਕ ਦੀ ਕੋਈ ਸਮੱਸਿਆ ਹੈਗਾ, ਤੁਸੀਂ ਕੋਈ ਸਰਵਿਸ ਰੋਡ ਜਿਹੜਾ ਪ੍ਰੋਵਾਈਡ ਕਰ ਦਿਓ। ਤੁਸੀਂ ਉੱਥੇ ਫਲਾਈਓਵਰ ਦੀ ਮੰਗ ਕੀਤੀ ਸੀ, ਫਲਾਈਓਵਰ ਬਣਾਓ। ਤੁਸੀਂ ਅੱਜ ਤੱਕ ਸਾਲ ਹੋ ਗਿਆ ਕੋਈ ਕੰਮ ਚਾਲੂ ਕੀਤਾ ਨਹੀਂ ਹੈ, ਰਸਤਾ ਬੰਦ ਕਰ ਦਿੱਤਾ ਹੈ, ਤੇ ਇਹਨੂੰ ਕੀ ਕਹਾਂਗੇ ਆਪਾਂ? ਨਾ ਕਮੇਟੀ ਵੱਲੋਂ ਜਵਾਬ, ਨਾ ਸਰਕਾਰ ਵੱਲੋਂ ਜਵਾਬ। ਅੱਜ ਵੀ ਉਹ ਰਸਤਾ ਬੰਦ ਹੈ, ਸੰਗਤ ਨੂੰ ਲਗਭਗ 4-5 ਕਿਲੋਮੀਟਰ ਦਾ ਵੱਲ ਪਾ ਕੇ ਗੁਰਦੁਆਰਾ ਮਜਨੂ ਟਿੱਲਾ ਸਾਹਿਬ ਪਹੁੰਚਣਾ ਪੈਂਦਾ ਹੈ। ਠੀਕ ਹੈ ਜੀ, ਬਿਲਕੁਲ ਦੇਖ ਸਕਦੇ ਕੁਝ ਹੋਰ ਸੰਗਤਾਂ ਵੀ ਇੱਥੇ ਮੌਜੂਦ ਨੇ, ਕੁਝ ਕਹਿਣਾ ਚਾਹ। ਹਾਂਜੀ 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 ਹਾਂਜੀ, ਕੀ ਕਹਿਣਾ ਚਾਹੋਗੇ ਜੀ, ਕੀ ਹੋਇਆ? ਮੈਂ ਕਹਿ ਰਿਹਾ ਸਰਕਾਰ ਅਗਰ ਕੀਰਤਨੀ ਆਣਗੇ ਆਪਣਾ ਸਮਾਨ ਲੈ ਕੇ, ਉਹ ਚੁੱਕ ਕੇ ਆਣਗੇ, ਲਾਲ ਕਿਲੇ ਤੋਂ ਗੱਡੀ ਲੈ ਕੇ ਆਣਗੇ, ਆਪਣੀ ਗੱਡੀ ਸਮਾਨ ਲਿਆ ਕੇ ਇੱਥੇ ਤਾਂ ਹੀ ਕੀਰਤਨ ਹੋਏਗਾ ਨਾ। ਇਹ ਦਿੱਲੀ ਸਰਕਾਰ ਜੋ ਵੀ ਸਰਕਾਰ ਸਾਡੇ ਨਾਲ ਨਜਾਇਜ਼ ਕਰ ਰਹੀ ਹੈ, ਇਹਦੀ ਇਜਾਜ਼ਤ ਨਹੀਂ ਅਸੀਂ ਸਮਝਾਂਗੇ। ਅਸੀਂ ਇਹਨੂੰ ਹਟਾਇਆ ਜਾਏਗਾ। ਇੱਥੇ ਕੋਈ ਐਸਾ ਕੰਮ ਨਹੀਂ ਹੋਏਗਾ। ਜਿੰਨੇ ਵੀ ਗੁਰਦੁਆਰੇ ਨੇ ਕੋਈ ਅੱਛਾ ਕੰਮ ਕਰਦੇ ਨੇ ਸਰਦਾਰ ਲੋਕ, ਤੇ ਕਹਿੰਦੇ ਜੀ ਉੱਥੇ ਲੰਗਰ ਲਾਇਆ, ਉੱਥੇ ਇਹ ਕੀਤਾ। ਅਗਰ ਕੋਈ ਆਪਣੇ ਹੱਕ ਸੇ ਮੰਗਦੇ ਨੇ ਤੇ ਕਹਿੰਦੇ ਉਗਰਵਾਦੀ ਬੈਠੇ ਨੇ। ਜਦੋਂ ਕੋਈ ਅੱਛਾ ਕੰਮ ਕਰਦੇ ਨੇ ਤੇ ਸਭ ਤੋਂ ਪਹਿਲੇ ਆ ਕਰਦੇ ਨੇ, ਜਦੋਂ ਕੋਈ ਆਪਣੇ ਹੱਕ ਸੇ ਮੰਗਦੇ ਨੇ ਤੇ ਕਹਿੰਦੇ ਨੇ ਆਤੰਕਵਾਦੀ ਹੈਗੇ ਨੇ। ਅੱਜ ਤੱਕ ਸਾਡੇ ਕਿਸਾਨਾਂ ਦੀ ਗੱਲ ਨਹੀਂ ਮੰਨੀ ਜਾ ਰਹੀ ਨਾ ਕੋਲੋਂ।
ਸਿਰਫ ਸਾਡੇ ਪਿੱਛੇ ਪਏ ਹੋਏ ਨੇ, ਹੋਰ ਇਹਦਾ ਕੋਈ ਕੰਮ ਨਹੀਂ ਹੈ। ਸਿਰਫ ਸਾਡੇ ਗੁਰਦੁਆਰੇ ਤੇ ਦਰਬਾਰ ਸਾਹਿਬ ਦੇ ਪਿੱਛੇ ਸਾਡੇ ਪਏ ਨੇ, ਸਾਨੂੰ ਉਹਨਾਂ ਕੋਲੋਂ ਬੜੀ ਨਾਰਾਜ਼ਗੀ ਹੈ। ਠੀਕ ਹੈ ਜੀ, ਬਿਲਕੁਲ ਲਗਾਤਾਰ ਦੇਖ ਸਕਦੇ ਹੋ। ਇਸੇ ਤਰੀਕੇ ਹੋਰ ਅਪਡੇਟ ਨਾਲ ਅਸੀਂ ਤੁਹਾਨੂੰ ਜੋੜਦੇ ਹਾਂ। ਦੇਖਦੇ ਰਹੋ ਕਾਲ ਚੈਨਲ।